ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੇਹ ਜੀਓ ਨੈਨਹੁ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਉ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਿ ਬਿੰਦ ਕਰ ਹਰਿ ਕਰਮ ਸ਼੍ਰਵਣ ਹਰਿ ਕਥਾ ਹਰਿ ਦਰਗਹਿ ਨਾਨਕ ਉਜਲ ਮਥਾ ਕਰ ਹਰਿ ਕਰਮ ਸ਼੍ਰਵਣ ਹਰਿ ਕਥਾ ਹਰਿ ਦਰਗਹਿ ਨਾਨਕ ਉਜਲ ਮਥਾ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੇ ਰਹਾਉ ਬਰਤ ਨੇਮ ਸੰਜਮ ਮੈਂ ਰਹਤਾ ਤਿਨਕਾ ਆਠ ਨ ਪਾਇਆ ਆਗੇ ਚਲਣ ਔਰ ਹੈ ਭਾਈ ਊਹਾ ਕਾਮ ਨ ਆਇਆ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੇ ਠੌਰ ਨ ਪਾਵੈ ਊਹਾ ਕਾਮ ਨ ਆਵੈ ਇਹ ਬਿਦ
ਉਹ ਲੋਗਨ ਹੀ ਪਤਿਆਵੈ। ਚਤੁਰ ਬੇਦ ਮੁਖ ਬਚਨੀ ਉਚਰੈ। ਆਗੈ ਮਹਿਲ ਨ ਪਾਈਐ। ਬੂਝੈ ਨਾਹੀ ਏਕ ਸੁਧਾਖਰ। ਉਹ ਸਗਲੀ ਚਾਖ ਚਖਾਈਐ। ਨਾਨਕ ਕਹਿਤੋ ਇਹ ਵਿਚਾਰਾ। ਜੇ ਕਮਾਵੈ ਸੋ ਪਾਰ ਗਰਾਮੀ। ਗੁਰ ਸੇਵੋ ਅਰ ਨਾਮ ਧਿਆਵੋ। ਤਿਆਗੋ ਮਨਹੁ ਗੁਮਾਨੀ। ਨਾਨਕ ਕਹਿਤੋ ਇਹ ਵਿਚਾਰਾ। ਜੇ ਕਮਾਵੈ ਸੋ ਪਾਰ ਗਰਾਮੀ। ਗੁਰ ਸੇਵੋ ਅਰ ਨਾਮ ਧਿਆਵੋ। ਤਿਆਗੋ ਮਨਹੁ ਗੁਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹਾਂ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਸਾਨੂੰ ਇਹ ਪਾਵਨ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਇਹਨਾਂ ਅਨਮੋਲਕ ਘੜੀਆਂ ਦਾ ਲਾਹਾ ਪ੍ਰਾਪਤ ਕਰਦਿਆਂ ਆਪ ਸਭ ਗੁਰਸਿੱਖ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਰਸਾਈ ਹੋਈ ਨਗਰੀ ਆਨੰਦਾਂ ਦੀ ਪੁਰੀ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਰਮ ਭੂਮੀ, ਖਾਲਸਾ ਪੰਥ ਦਾ ਪ੍ਰਗਟ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤੀ ਰੂਪ ਵਿੱਚ ਜੁੜ ਮਿਲ ਬੈਠੇ ਹੋ, ਇਕੱਤਰ ਹੋਏ ਹੋ। ਆਓ ਭਾਗਾਂ ਵਾਲਿਓ, ਇਸ ਪਾਵਨ ਅਸਥਾਨ 'ਤੇ ਚੱਲ ਰਹੀ ਲੜੀਵਾਰ ਗੁਰਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਜਿੰਨੇ ਵੀ ਸ਼ਰੀਰ ਗੁਰੂ ਕੀ ਪਾਵਨ ਸੰਗਤ ਅੰਦਰ ਸੁਭਾਏਮਾਨ ਨੇ, ਕਰੋ ਮਨ ਬਿਰਤੀਆਂ ਇਕਾਗਰ, ਕੋਈ ਰਸਨਾ ਵਾਂਝੀ ਨਾ ਰਹੇ। ਕਰੋ ਫਤਿਹ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਿਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਬਚਨ ਹੈ, ਜੋ ਗੌੜੀ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 216 ਦੇ ਉੱਤੇ ਸੁਭਾਏਮਾਨ ਹੈ। ਸਾਹਿਬ ਜੀ ਕਿਰਪਾ ਕਰਦੇ ਹੈ। ਗੌੜੀ ਮਾਲਾ ਮਹੱਲਾ ਪੰਜਵਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਭ ਤੋਂ ਵਧੇਕ ਬਾਣੀ ਜਿਹੜੀ ਹੈ ਨਾ ਗੁਰੂ ਪਿਆਰ ਵਾਲਿਓ, ਉਹ ਗੌੜੀ ਰਾਗ ਦੇ ਅੰਦਰ ਦਰਜ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਰਾਗ ਦੀਆਂ 12 ਕਿਸਮਾਂ ਮਿਲਦੀਆਂ ਨੇ। ਜਿਸ ਤਰ੍ਹਾਂ ਗੌੜੀ ਚੇਤੀ, ਗੌੜੀ ਮਾਝ, ਗੌੜੀ ਪੂਰਬੀ, ਗੌੜੀ ਬੈਰਾਗਣ, ਇਸੇ ਤਰ੍ਹਾਂ ਇਹ ਗੌੜੀ ਮਾਲਾ ਇੱਕ ਕਿਸਮ ਹੈ ਗੌੜੀ ਰਾਗ ਦੀ, ਜਿਹਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਸਾਹਿਬ ਨੇ ਕਿਰਪਾ ਕੀਤੀ, ਇਸ ਪਵਿੱਤਰ ਸ਼ਬਦ ਦੇ ਰਾਹੀਂ ਕੁੱਲ ਲੁਕਾਈ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਲਿਓ ਧਰਮ ਦੇ ਕਰਮ ਆਪਾਂ ਬਹੁਤ ਕਰਦੇ ਹਾਂ ਸੰਸਾਰ ਵਿੱਚ ਰਹਿ ਕੇ, ਪਰ ਜਿੰਨੇ ਵੀ ਇਹ ਧਾਰਮਿਕ ਕਰਮ ਨੇ ਨਾ ਜੀ ਸੰਸਾਰ ਵਿੱਚ ਰਹਿੰਦੇ ਆ, ਜਿਹੜਾ ਮਨੁੱਖ ਕਮਾ ਰਿਹਾ ਕਰ ਰਿਹਾ, ਕਿ ਸੱਚਮੁੱਚ ਉਹ ਕੀਤੇ ਹੋਏ ਕਰਮ ਜਿਹੜੇ ਆ ਉਹ ਪਰਮਾਤਮਾ ਨੂੰ ਚੰਗੇ ਲੱਗਦੇ ਆ, ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਨੇ। ਸਾਹਿਬ ਨੇ ਕਿਰਪਾ ਕੀਤੀ, ਇਸ ਪਾਵਨ ਸ਼ਬਦ ਦੇ ਪਹਿਲੇ ਬੰਦ ਦੇ ਅੰਦਰ ਜਿਹੜਾ ਰਹਾਓ ਵਾਲਾ ਬੰਦ ਹੈ, ਸਾਹਿਬ ਜੀ ਕਹਿੰਦੇ ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਔਰੈ ਮੂਸੇ। ਸਤਿਗੁਰੂ ਜੀ ਕਹਿੰਦੇ ਹਰੀ ਤੋਂ ਬਿਨਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ
ਉਹਦੇ ਨਾਮ ਦੀ ਪ੍ਰਾਪਤੀ ਤੋਂ ਬਿਨਾਂ ਜਿੰਨੇ ਵੀ ਮਨੁੱਖ ਸੰਸਾਰ ਵਿੱਚ ਰਹਿ ਕੇ ਧਾਰਮਿਕ ਕਰਮ ਕਾਂਡ ਕਰ ਰਹੇ ਆ ਨਾ, ਉਹ ਸਾਰੇ ਵਿਅਰਥ ਨੇ। ਕਿਉਂਕਿ ਪਾਵਨ ਬਾਣੀ ਨੇ ਬਚਨ ਕਿਹਾ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਇੱਥੇ ਵੀ ਬਚਨ ਆਇਆ, ਉਹ ਹੈ ਔਰੈ ਮੂਸੈ, ਉਹ ਜਮ ਲੁੱਟ ਕੇ ਲੈ ਜਾਂਦੇ ਆ। ਤੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਕਰਮ ਨੇ ਨਾ ਧਰਮ ਦੇ ਨਾਂ ਤੇ ਬੰਦਾ ਕਰ ਰਿਹਾ ਸੰਸਾਰ ਵਿੱਚ ਰਹਿ ਕੇ। ਹੁਣ ਕਿਹੜੇ ਕਰਮ ਨੇ ਜੀ? ਸੰਸਾਰ ਵਿੱਚ ਰਹਿ ਕੇ ਧਰਮ ਦੇ ਨਾਂ ਤੇ ਕਿਹੜੇ ਕਰਮ ਕਰ ਰਿਹਾ ਇਨਸਾਨ? ਬਾਹਰੀ ਤੌਰ ਤੇ ਬਹੁਤ ਕੁਝ ਕਰਦੇ ਆ। ਧਿਆਨ ਦਿਓ, ਗੁਰਮਤ ਜਿਹੜਾ ਵਿਸ਼ਾ ਨਾ ਉਹ ਮਨ ਦਾ ਵਿਸ਼ਾ ਹੈ, ਪਰ ਮਨੁੱਖ ਨੇ ਬਾਹਰੀ ਤੌਰ ਤੇ ਧਰਮ ਨੂੰ ਕਮਾਉਣ ਦਾ ਯਤਨ ਕੀਤਾ। ਇਸੇ ਕਰਕੇ ਸਾਹਿਬ ਨੇ ਕਿਹਾ ਵੀ ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਦਾ ਨਿਰਵਾਣ ਕੀਰਤਨ ਗਾਵੋ। ਕਿਹਦਾ ਜੀ? ਕਰਤੇ ਕਾ। ਨਿਰਵਾਣ ਦਾ ਅਰਥ ਹੁੰਦਾ ਵਾਸ਼ਨਾ ਤੋਂ ਰਹਿਤ। ਮਨੁੱਖ ਜਿੰਨੇ ਵੀ ਕਰਮ ਕਰਦਾ ਨਾ, ਉਹਦੇ ਪਿੱਛੇ ਕੋਈ ਨਾ ਕੋਈ ਵਾਸ਼ਨਾ, ਕੋਈ ਇੱਛਾ, ਕੋਈ ਕਾਮਨਾ ਛੁਪੀ ਹੋਈ ਹੈ। ਤੇ ਸਾਹਿਬ ਜੀ ਕਹਿੰਦੇ ਜਦੋਂ ਇਨਸਾਨ ਵਾਸ਼ਨਾ ਤੋਂ ਰਹਿਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਨਾ, ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਨਿਮਖ ਜਿੰਨੇ ਸਮੇਂ ਦੇ ਲਈ ਵੀ ਜੇ ਅਸੀਂ ਪਰਮਾਤਮਾ ਦੀ ਬੰਦਗੀ ਇਸ ਢੰਗ ਨਾਲ ਕਰਾਂਗੇ ਤੇ ਸਾਡਾ ਪਾਰ ਉਤਾਰਾ ਹੋ ਜਾਏਗਾ। ਇੱਕ ਸਾਧੂ ਬੈਠਾ ਕਿਸੇ ਅਸਥਾਨ ਦੇ ਉੱਤੇ, ਉਹਦੇ ਅੱਗੇ ਇੱਕ ਲੋਟਾ ਪਿਆ। ਉਹ ਲੋਟਾ ਕਿਸੇ ਧਾਤ ਦਾ ਬਣਿਆ ਹੋਇਆ, ਭਾਵੇਂ ਉਹ ਧਾਤ ਪਿੱਤਲ ਕਹਿ ਲਓ, ਤਾਂਬਾ ਕਹਿ ਲਓ, ਉਹਦੇ ਅੱਗੇ ਪਿਆ। ਤੇ ਉਹਨੇ ਆਪਣੇ ਨੇਤਰ ਬੰਦ ਕੀਤੇ ਹੋਏ ਆ, ਅੱਖਾਂ ਬੰਦ ਕੀਤੀਆਂ ਹੋਈਆਂ। ਤੇ ਜਿੰਨੇ ਵੀ ਲੋਕ ਉਹਨੂੰ ਮੱਥਾ ਟੇਕ ਰਹੇ ਆ ਨਾ, ਉਹ ਸਾਰੇ ਉਹਦੇ ਲੋਟੇ ਦੇ ਵਿੱਚ, ਗੜਵੇ ਦੇ ਵਿੱਚ ਪੈਸੇ ਪਾਉਂਦੇ ਆ, ਸਿੱਕਿਆਂ ਦੀ ਆਵਾਜ਼ ਆਉਂਦੀ ਹੈ। ਤੇ ਉਹ ਉਪਦੇਸ਼ ਕੀ ਕਰ ਰਿਹਾ ਨੇਤਰ ਬੰਦ ਕਰਕੇ ਕਿ ਮੈਨੂੰ ਤ੍ਰਿਲੋਕੀ ਦੇ ਦਰਸ਼ਨ ਹੋ ਰਹੇ ਆ। ਕਰਮ ਧਰਮ ਪਾਖੰਡ ਜੋ ਦਿਸੈ। ਉਹ ਕਹਿੰਦਾ ਮੈਨੂੰ ਸ਼ਿਵਪੁਰੀ ਦੇ ਦਰਸ਼ਨ ਹੋ ਰਹੇ ਆ, ਮੈਨੂੰ ਬ੍ਰਹਮਪੁਰੀ ਦਿਸਦੀ ਹੈ, ਮੈਨੂੰ ਵਿਸ਼ਨੂਪੁਰੀ ਦਿਸ ਰਹੀ ਹੈ, ਮੈਨੂੰ ਇੰਦਰਪੁਰੀ ਦਿਸ ਰਹੀ ਹੈ। ਆਓ ਮੈਂ ਤੁਹਾਨੂੰ ਸਵਰਗ ਵਿੱਚ ਲੈ ਕੇ ਚੱਲਾਂ। ਬੜੇ ਤਰ੍ਹਾਂ ਦੇ ਟਕਵੰਜ ਉਹ ਉੱਥੇ ਪਹੁੰਚਣ ਵਾਲੇ ਲੋਕਾਂ ਨੂੰ ਸੁਣਾ ਰਿਹਾ। ਤੇ ਲੋਕ ਬੜੇ ਹੈਰਾਨ ਨੇ ਕਿ ਸਾਧੂ ਮਹਾਰਾਜ ਇੱਥੇ ਬੈਠੇ ਹੈ ਤੇ ਇੰਨੀ ਪੁੱਜੀ ਹੋਈ ਆਤਮਾ ਹੈ ਕਿ ਉਹਨਾਂ ਦਾ ਅੰਤਰ ਆਤਮਾ ਜਿਹੜਾ ਉਹਨਾਂ ਦਾ ਮਨ ਹਿਰਦਾ, ਉਹ ਤ੍ਰਿਲੋਕੀ ਦੇ ਦਰਸ਼ਨ ਕਰਦਾ ਪਿਆ, ਸਵਰਗਾਂ ਦੀ ਸੈਰ ਕਰ ਰਹੀ ਹੈ। ਇੰਨੇ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਵੀ ਉੱਥੇ ਪਹੁੰਚੇ। ਤੇ ਭਾਈ ਮਰਦਾਨਾ ਜੀ ਨੇ ਜਦੋਂ ਸਾਰਾ ਵਰਤਾਰਾ ਤੱਕਿਆ ਨਾ, ਗੁਰੂ ਨਾਨਕ ਪਾਤਸ਼ਾਹ ਨੂੰ ਬਚਨ ਕਿਹਾ। ਕਹਿਣ ਲੱਗੇ, ਸਾਹਿਬ ਜੀ ਲੱਗਦਾ ਬੜਾ ਪੁੱਜਿਆ ਹੋਇਆ ਸਾਧੂ ਹੈ, ਇਹ ਲੋਕਾਂ ਨੂੰ ਬ੍ਰਹਮਪੁਰੀ ਦੇ ਦਰਸ਼ਨ ਕਰਵਾ ਰਿਹਾ, ਇਹ ਇੰਦਰਪੁਰੀ ਦੇ ਦਰਸ਼ਨ ਕਰਵਾ ਰਿਹਾ, ਇਹ ਵਿਸ਼ਨੂਪੁਰੀ ਦੇ ਦਰਸ਼ਨ ਕਰਵਾ ਰਿਹਾ, ਬੜਾ ਪੁੱਜਿਆ ਹੋਇਆ ਸਾਧੂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਜਵਾਬ ਦਿੱਤਾ। ਕਹਿਣ ਲੱਗੇ, ਮਰਦਾਨੇ ਹੁਣੇ ਵੇਖਦੇ ਆ ਕਿ ਕਿੰਨਾ ਕੁ ਪਹੁੰਚਿਆ ਹੋਇਆ। ਤੂੰ ਇਸ ਤਰ੍ਹਾਂ ਕਰ, ਜਿਹੜਾ ਇਹਦੇ ਅੱਗੇ ਲੋਟਾ ਪਿਆ ਨਾ, ਗੜਵਾ ਜਿਹਦੇ ਵਿੱਚ ਲੋਕ ਸਿੱਕੇ ਪਾਉਂਦੇ ਆ, ਪੈਸੇ ਪਾਉਂਦੇ ਆ, ਉਹ ਚੱਕ ਕੇ ਪਿੱਛੇ ਝਾੜੀਆਂ ਦੇ ਵਿੱਚ ਲੁਕੋ ਦੇ ਇਹਦੇ ਮਗਰ। ਭਾਈ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੰਨਿਆ, ਲੋਟਾ ਚੁੱਕਿਆ ਤੇ ਪਿੱਛੇ ਰੱਖ ਦਿੱਤਾ ਝਾੜੀਆਂ ਦੇ ਅੰਦਰ। ਤੇ ਹੁਣ ਜਦੋਂ ਸਿੱਕਿਆਂ ਦੀ ਆਵਾਜ਼ ਆਉਣੀ ਬੰਦ ਹੋਈ ਨਾ, ਕਿਉਂਕਿ ਗੜਵੇ ਦੇ ਵਿੱਚ ਸਿੱਕੇ ਪੈ ਰਹੇ ਸੀ, ਗੜਵਾ ਕਿਸੇ ਧਾਤ ਦਾ ਬਣਿਆ, ਆਵਾਜ਼ ਆਉਂਦੀ ਸੀ। ਜਦੋਂ ਸਿੱਕੇ ਪੈਣ ਦੀ ਆਵਾਜ਼ ਬੰਦ ਹੋਈ ਤੇ ਇਹਨੇ ਸੋਚਿਆ, ਸਾਧੂ ਨੇ ਵੀ, ਲੱਗਦਾ ਲੋਕ ਚਲੇ ਗਏ, ਹੁਣ ਮੇਰਾ ਕੰਮ ਬਣ ਗਿਆ, ਗੜਵਾ ਭਰ ਗਿਆ, ਮੈਂ ਲੈ ਕੇ ਚੱਲਾਂ। ਨੇਤਰ ਖੋਲੇ, ਅੱਖਾਂ ਖੋਲੀਆਂ, ਕੀ ਦੇਖਿਆ ਸਾਹਮਣੇ ਗੜਵਾ ਹੈ ਹੀ ਨਹੀਂ। ਬੜਾ ਹੈਰਾਨ, ਬੜਾ ਪਰੇਸ਼ਾਨ, ਪੁੱਛਦਾ ਵੀ ਮੇਰਾ ਗੜਵਾ ਕਿੱਥੇ ਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਕਹਿੰਦੇ ਆ ਵੀ ਭਲਿਆ ਪੁਰਸ਼ਾ, ਮਹਾਂਪੁਰਖੋ ਤੁਸੀਂ ਤੇ ਬੜੇ ਪੁੱਜੇ ਹੋਏ, ਤੁਸੀਂ ਹੁਣੇ ਧਰਮ ਦੀਆਂ ਗੱਲਾਂ ਇਹਨਾਂ ਲੋਕਾਂ ਨੂੰ ਸੁਣਾ ਰਹੇ ਸੀ, ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਬ੍ਰਹਮਪੁਰੀ ਦੇ ਦਰਸ਼ਨ ਹੋ ਰਹੇ ਹੈ, ਤੁਹਾਨੂੰ ਇੰਦਰਪੁਰੀ ਦੇ ਦਰਸ਼ਨ ਹੋ ਰਹੇ ਹੈ, ਤੁਹਾਨੂੰ ਵਿਸ਼ਨੂਪੁਰੀ ਨਜ਼ਰ ਆਉਂਦੀ ਹੈ, ਤੁਹਾਨੂੰ ਸਵਰਗ ਲੋਕ ਨਜ਼ਰ ਆ ਰਿਹਾ ਹੈ। ਤੇ ਵੇਖੋ ਤੁਹਾਡਾ ਗੜਵਾ ਵੀ ਇੱਥੇ ਕਿਤੇ ਧਰਤੀ ਤੇ ਹੋਏਗਾ, ਧਿਆਨ ਮਾਰੋ। ਜੇ ਤੁਹਾਨੂੰ ਇਹ ਪੁਰੀਆਂ ਨਜ਼ਰ ਆਉਂਦੀਆਂ ਤ੍ਰਿਲੋਕੀ ਦੀਆਂ,
ਤੇ ਧਰਤੀ ਤੇ ਤੁਹਾਡੇ ਸਾਹਮਣੇ ਹੈ, ਗੜਵਾ ਕਿਤੇ ਉੱਡ ਕੇ ਤੇ ਗਿਆ ਨਹੀਂ, ਤੁਹਾਡੇ ਨੇੜੇ ਤੇੜੇ ਹੋਏਗਾ, ਕਿਤੇ ਧਿਆਨ ਮਾਰ ਕੇ ਲੱਭ ਲਓ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਜਵਾਬ ਦਿੰਦਾ ਸਾਧੂ ਕਹਿੰਦਾ, ਸੰਤਾਂ ਦੇ ਨਾਲ ਮਸ਼ਕਰੀ ਚੰਗੀ ਨਹੀਂ, ਤੁਸੀਂ ਮਜ਼ਾਕ ਕਰਦੇ ਹੋ ਸਾਧੂਆਂ ਦੇ ਨਾਲ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਵਾਬ ਦਿੱਤਾ, ਕਹਿਣ ਲੱਗੇ, ਮਹਾਤਮਾ ਜੀ, ਜਿਹੜਾ ਮਜ਼ਾਕ ਤੁਸੀਂ ਧਰਮ ਦੇ ਨਾਮ ਤੇ ਲੋਕਾਂ ਦੇ ਨਾਲ ਕਰ ਰਹੇ ਹੋ ਉਹ ਮਜ਼ਾਕ ਨਹੀਂ, ਤੁਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਖਿਲਵਾੜ ਕਰ ਰਹੇ ਹੋ ਉਹ ਮਜ਼ਾਕ ਨਹੀਂ। ਪਾਤਸ਼ਾਹ ਨੇ ਉੱਥੇ ਬਾਣੀ ਦਾ ਬਚਨ ਉਚਾਰਨ ਕੀਤਾ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾਨਸਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਕਲ ਮੈਂ RAM ਨਾਮ ਸਾਰ, ਅੱਖੀ ਤਾਂ ਮਿਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਆਂਟ ਸੇਤੀ ਨਾਕ ਪਕੜੇ, ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ, ਇਹ ਪਦਮ ਅਲੋ। ਪਾਤਸ਼ਾਹ ਕਹਿੰਦੇ, ਤੂੰ ਕਹਿੰਦਾ ਤੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਆ। ਕਹਿੰਦੇ, ਧਿਆਨ ਰੱਖ, ਜਿਹੜੀ ਮੱਤ ਤੂੰ ਧਾਰਨ ਕੀਤੀ ਹੈ ਉਸ ਮੱਤ ਦੇ ਹਿਸਾਬ ਦੇ ਨਾਲ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਪਰ ਕਾਲ ਨਾਹੀ ਜੋਗ ਨਾਹੀ, ਨਾ ਹੈ ਸਤ ਕਾ ਢੱਬ। ਨਾ ਤੇ ਇਹ ਸਮਾਂ ਹੈ ਤੇ ਨਾ ਹੀ ਇਹ ਢੰਗ ਤਰੀਕਾ ਹੈ, ਤੇ ਨਾ ਹੀ ਇਹਦੇ ਨਾਲ ਤੇਰਾ ਆਚਰਣ ਹੀ ਉੱਚਾ ਹੋਣ ਵਾਲਾ ਵੀ ਇਹੋ ਜਿਹੇ ਪਖੰਡ ਕਰਕੇ, ਇਹੋ ਜਿਹੇ ਢੰਗ ਤਰੀਕੇ ਲੋਕਾਂ ਨੂੰ ਦੱਸ ਕੇ ਤੂੰ ਗੁੰਮਰਾਹ ਕਰਕੇ ਉਹਨਾਂ ਨੂੰ ਧਰਮ ਦੇ ਰਸਤੇ ਤੋਰੇਂਗਾ। ਇਦਾਂ ਧਰਮ ਨਹੀਂ ਕਮਾਇਆ ਜਾਣਾ ਭਲਿਆ। ਤੂੰ ਕਹਿੰਦਾ ਤਰਲੋਕੀ ਦੇ ਦਰਸ਼ਨ ਹੋ ਰਹੇ ਆ, ਅੱਖੀ ਤਾਂ ਮਿਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਕਹਿੰਦੇ ਅੱਖਾਂ ਬੰਦ ਕਰ ਲਈਆਂ, ਨੱਕ ਦੇ 2 ਉਂਗਲਾਂ ਦੇ ਨਾਲ ਆਂਟ ਸੇਤੀ ਨਾਕ ਪਕੜੈ। ਆਂਟ ਦਾ ਅਰਥ ਹੁੰਦਾ ਜੀ ਅੰਗੂਠਾ, ਤੇ ਅੰਗੂਠੇ ਦੀਆਂ ਜਿਹੜੀਆਂ ਨਾਲ ਦੀਆਂ 2 ਉਂਗਲਾਂ ਨਾ ਉਹਦੇ ਨਾਲ ਨੱਕ ਨੂੰ ਪਕੜਿਆ, ਤੇ ਅੰਤਰ ਧਿਆਨ ਹੋ ਕੇ ਤੂੰ ਕਹਿੰਦਾ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਗਏ। ਤੇ ਸਾਹਿਬ ਜੀ ਕਹਿੰਦੇ, ਆਂਟ ਸੇਤੀ ਨਾਕ ਪਕੜੈ, ਸੂਝ ਤੇ ਤਿੰਨ ਲੋ। ਕਹਿੰਦੇ ਹੁਣੇ ਤੈਨੂੰ 3 ਲੋਕ ਦਰਸ਼ਨ ਹੋ ਰਹੇ ਸੀ ਤਰਲੋਕੀ ਦੇ, ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ। ਪਰ ਧਿਆਨ ਦੇਈ, ਮਗਰ ਪਾਛੈ ਕਛ ਨਾ ਸੂਝੈ, ਇਹ ਹੈ ਪਦਮ ਅਲੋ। ਕਹਿੰਦੇ ਪਰ ਨਾ ਤੈਨੂੰ ਤੇਰੇ ਮਗਰ ਕੁਝ ਦਿਖਾਈ ਦੇ ਰਿਹਾ, ਨਾ ਤੈਨੂੰ ਤੇਰੇ ਅੱਗੇ ਕੁਝ ਦਿਖਾਈ ਦੇ ਰਿਹਾ। ਮਗਰ ਪਾਛੈ ਕਛ ਨਾ ਸੂਝੈ। ਕਹਿੰਦੇ ਹੁਣੇ ਤੂੰ ਤਰਲੋਕੀ ਦੀਆਂ ਗੱਲਾਂ ਕਰ ਰਿਹਾ ਸੀ, ਧਰਮ ਦੀਆਂ ਗੱਲਾਂ ਕਰ ਰਿਹਾ ਸੀ, ਪਰ ਇੱਥੇ ਬੈਠਾ ਬੈਠਾ ਤੈਨੂੰ ਤੇਰਾ ਇਹ ਨਹੀਂ ਪਤਾ ਵੀ ਤੇਰਾ ਲੋਟਾ ਜਿਹੜਾ ਉਹ ਮਗਰ ਝਾੜੀਆਂ ਦੇ ਪਿੱਛੇ ਲੁਕਾਇਆ ਹੋਇਆ। ਉਸ ਦੇ ਪਖੰਡ ਦਾ ਪਰਦਾ ਉਜਾਗਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਇਸੇ ਕਰਕੇ ਅੱਜ ਜਿਹੜੇ ਬਚਨ ਆਏ ਨਾ ਪੰਚਮ ਪਾਤਸ਼ਾਹ ਨੇ, ਧਰਮ ਦੇ ਨਾਮ ਤੇ ਕੀਤੇ ਜਾ ਰਹੇ ਕਰਮਕਾਂਡ, ਪਖੰਡ, ਅੰਧ ਵਿਸ਼ਵਾਸ, ਅਗਿਆਨਤਾ, ਉਹ ਕਦੇ ਵੀ ਮਨੁੱਖ ਦਾ ਭਲਾ ਨਹੀਂ ਕਰ ਸਕਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਹੈ ਇਸ ਪਾਵਨ ਬਚਨ ਦੇ ਅੰਦਰ, ਹਰ ਬਿਨ ਅਵਰ ਕਿਰਿਆ ਬਿਰਥੇ। ਕਹਿੰਦੇ ਹਰੀ ਤੋਂ ਬਿਨਾਂ ਪਿਆਰਿਆ ਜਿੰਨੇ ਵੀ ਸੰਸਾਰ ਵਿੱਚ ਕਰਮ ਕਮਾਉਣਾ ਨਾ ਉਹ ਸਭ ਵਿਅਰਥ ਨੇ। ਪਾਤਸ਼ਾਹ ਨੇ ਬਾਣੀ 'ਚ ਬਚਨ ਕੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਸਾਹਿਬ ਜੀ ਕਹਿੰਦੇ ਵੇਖੋ ਜਿੰਨੇ ਵੀ ਕਰਮ ਕੀਤੇ ਨਾ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਹਿੰਦੇ ਬੜੇ ਕਰਮ ਕਰ ਲਏ ਧਰਮ ਦੇ, ਪਰ ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ ਮੇਰਾ ਪਿਆਰੇ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਹੋ ਹੀ ਨਹੀਂ ਸਕਿਆ। ਸਗੋਂ ਜਿੰਨੇ ਪਾਠ ਕੀਤੇ ਨਾ ਜੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਜਿੰਨਾ ਇਹਦਾ ਵਿਚਾਰ ਕਰ ਲਈ ਵੇਦਾਂ ਦੀ, ਸ਼ਾਸਤਰਾਂ ਦੀ, ਸਿਮਰਤੀਆਂ ਦੀ, ਪੁਰਾਣਾਂ ਦੀ, ਉਨਾ ਹੀ ਹੰਕਾਰ ਵੱਧ ਗਿਆ। ਅਧਿਕ ਅਹਮ ਬੁੱਧ ਬਾਧੇ, ਉਨਾ ਹੀ ਅੰਦਰ ਗੁਮਾਨ, ਉਨਾ ਹੀ ਹੰਕਾਰ, ਉਨਾ ਹੀ ਗਰਭ ਪੈਦਾ ਹੋ ਗਿਆ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਸਾਹਿਬ ਜੀ ਕਹਿੰਦੇ ਇਸ ਢੰਗ ਨਾਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਾਇਆ ਜਾ ਸਕਦਾ। ਇੱਕੋ ਹੀ ਢੰਗ ਹੈ, ਉਹ ਕਿਹੜਾ? ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਬਸ ਮਾਲਕ ਦੇ ਦਰ ਤੇ ਆ ਕੇ ਨਾ ਸਮਰਪਿਤ ਹੋ ਜਾਈਏ ਗੁਰੂ ਪਿਆਰ ਵਾਲਿਓ, ਆਪਣੇ ਆਪ ਨੂੰ ਡੈਡੀਕੇਟ ਕਰ ਦਈਏ ਗੁਰੂ ਚਰਨਾਂ ਦੇ ਅੰਦਰ। ਜਿਸ ਵੇਲੇ ਅਸੀਂ ਗੁਰੂ ਚਰਨਾਂ 'ਚ ਆ ਕੇ ਆਪਣਾ ਸੀਸ ਰੱਖਦੇ ਆ ਨਾ, ਸੱਚ ਜਾਣਿਓ ਮੱਥਾ ਟੇਕਣ ਦਾ ਵੀ ਇੱਕ ਢੰਗ, ਇੱਕ ਤਰੀਕਾ ਹੈ। ਮੱਥਾ ਜਦੋਂ ਥੱਲੇ ਰੱਖ ਦਿੱਤਾ,
ਇਹਦਾ ਭਾਵ ਇਹ ਹੈ ਵੀ ਸਤਿਗੁਰੂ ਆ ਪਈ ਹੈ ਮੇਰੀ ਮੱਤ ਤੇਰੇ ਚਰਨਾਂ ਦੇ ਵਿੱਚ, ਕਿਰਪਾ ਕਰ ਇਸ ਮੱਤ ਨੂੰ ਆਪਣੇ ਲੜ ਲਾ ਲੈ। ਤੇ ਜਿਸ ਦਿਨ ਇਹ ਮੱਤ ਗੁਰੂ ਚਰਨਾਂ 'ਚ ਸਮਰਪਿਤ ਹੋ ਗਈ ਨਾ, ਡੈਡੀਕੇਟ ਹੋ ਗਈ, ਗੁਰੂ ਇੱਕ ਕਿਰਪਾ ਕਰਦਾ, ਗੁਰੂ ਉਹਨੂੰ ਆਪਣੀ ਮੱਤ ਦੇ ਦਿੰਦਾ, ਫਿਰ ਅਸੀਂ ਗੁਰਮਤ ਦੇ ਧਾਰਨੀ ਹੋ ਜਾਂਦੇ ਹਾਂ। ਤੇ ਜਿਸ ਦਿਨ ਮਨੁੱਖ ਗੁਰਮਤ ਦਾ ਧਾਰਨੀ ਹੋ ਜਾਂਦਾ ਹੈ, ਫਿਰ ਸਾਹਿਬ ਜੀ ਆਪਣੇ ਦਰੋਂ ਘਰੋਂ ਇੱਕ ਪਦਵੀ ਬਖਸ਼ਿਸ਼ ਕਰਦੇ ਆ, ਉਹ ਕਿਹੜੀ? ਗੁਰਮੁਖ। ਇਹ ਮੇਰਾ ਗੁਰਮੁਖ ਹੈ, ਇਹ ਗੁਰਸਿੱਖ ਹੈ, ਕਿਉਂਕਿ ਇਹਨੇ ਆਪਣਾ ਮੁੱਖ ਗੁਰੂ ਵੱਲ ਕਰ ਲਿਆ, ਇਹਨੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ, ਇਹ ਗੁਰਸਿੱਖ ਬਣ ਗਿਆ। ਇਹਨੇ ਆਪਣੀ ਮੱਤ ਗੁਰੂ ਚਰਨਾਂ 'ਚ ਡੈਡੀਕੇਟ ਕਰ ਦਿੱਤੀ, ਸਮਰਪਿਤ ਕਰ ਦਿੱਤੀ, ਗੁਰੂ ਦੀ ਮੱਤ ਦਾ ਧਾਰਨੀ ਹੋ ਗਿਆ। ਤੇ ਗੁਰਮਤ ਦਾ ਧਾਰਨੀ ਬੰਦਾ ਗੁਰਮੁਖ ਅਖਵਾਉਂਦਾ ਹੈ। ਤੇ ਸੱਚ ਜਾਣਿਓ, ਜਿਹਦੀ ਗੱਲ ਪਾਤਸ਼ਾਹ ਕਰ ਰਹੇ ਆ ਨਾ, ਅਵਰ ਕਿਰਿਆ ਬਿਰਥੇ, ਬਾਕੀ ਸਾਰੇ ਕਰਮ ਵਿਅਰਥ ਨੇ। ਤੇ ਜਿਹੜਾ ਬੰਦਾ ਉਹ ਕਰਮ ਕਰਦਾ ਨਾ ਆਪਣੇ ਮਨ ਪਿੱਛੇ ਲੱਗ ਕੇ, ਪਖੰਡੀਆਂ ਪਿੱਛੇ ਲੱਗ ਕੇ, ਸੱਚ ਜਾਣਿਓ ਸਾਹਿਬ ਜੀ ਕਹਿੰਦੇ ਵਿਅਰਥ ਨੇ। ਤੇ ਮਨ ਦੇ ਪਿੱਛੇ ਲੱਗਣ ਵਾਲਾ ਜਿਹੜਾ ਬੰਦਾ ਨਾ, ਸਾਹਿਬ ਨੇ ਉਹਨੂੰ ਮਨਮੁਖ ਕਿਹਾ। ਕਿਉਂ ਭਾਈ? ਕਿਉਂਕਿ ਉਹਦੀ ਜਿਹੜੀ ਮੱਤ ਹੈ ਨਾ, ਉਹ ਮਨ ਪਿੱਛੇ ਲੱਗੀ ਹੋਈ ਹੈ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਨਿਤਾ ਪ੍ਰਤੀ ਵੇਖੋ ਕੰਮ ਉਲਟ ਹੋ ਰਿਹਾ। ਚਾਹੀਦਾ ਤਾਂ ਇਹ ਸੀ ਵੀ ਲੇਲਾ ਭੇਡ ਨੂੰ ਚੁੰਗਦਾ, ਪਰ ਭੇਡ ਲੇਲੇ ਨੂੰ। ਭੇਡ ਇੱਥੇ ਮੱਤ ਹੈ ਤੇ ਲੇਲਾ ਮਨ ਹੈ। ਮਨ ਜਿਹੜਾ ਉਹ ਮੱਤ ਦੇ ਅਧੀਨ ਰਹਿੰਦਾ, ਪਰ ਇਹਨੇ ਮੱਤ ਨੂੰ ਆਪਣੇ ਅਧੀਨ ਕਰ ਲਿਆ। ਇਸ ਕਰਕੇ ਬੰਦਾ ਮਨਮੱਤ ਦਾ ਧਾਰਨੀ ਹੋ ਗਿਆ। ਤੇ ਜਿਸ ਦਿਨ ਮਨਮੱਤ ਦਾ ਧਾਰਨੀ ਹੋ ਜਾਂਦਾ ਨਾ ਜੀ ਬੰਦਾ, ਉਸ ਦਿਨ ਸਾਹਿਬ ਜੀ ਕਹਿੰਦੇ ਮਨਮੁਖ ਬਣ ਗਿਆ, ਹੁਣ ਇਹ ਗੁਰਮੁਖ ਨਹੀਂ ਰਿਹਾ। ਤੇ ਮਨਮੁਖ ਬਣ ਕੇ ਪਤਾ ਨਹੀਂ ਬੰਦਾ ਕਿੰਨੇ ਕਰਮ ਕਾਂਡ ਕਰਦਾ, ਜਿਹਨੂੰ ਸਾਹਿਬ ਜੀ ਕਹਿੰਦੇ ਹੈ ਜਪ ਤਪ ਸੰਜਮ ਕਰਮ ਕਮਾਣੇ, ਇਹ ਔਰੈ ਮੂਸੇ। ਕਹਿੰਦੇ ਜਿੰਨੇ ਮਰਜ਼ੀ ਜਪ ਕਰ ਲੋ ਭਾਈ ਧਰਮ ਦੇ ਨਾਂ ਤੇ। ਕਿਹੜੇ ਜਪ? ਜਿਹੜੇ ਪਰਮਾਤਮਾ ਨੂੰ ਮਿਲਣ ਵਾਸਤੇ ਨਹੀਂ ਕੀਤੇ ਜਾ ਰਹੇ, ਕੇਵਲ ਤੇ ਕੇਵਲ ਵਿਖਾਵੇ ਦੇ ਹੈ, ਬਾਹਰੀ ਤੌਰ ਦੇ ਉੱਤੇ। ਤਪ ਕਰ ਲੇ, ਤੇ ਤਪ ਕਿਹੋ ਜੇ ਕਰਦਾ ਬੰਦਾ? ਪਾਵਨ ਬਾਣੀ ਦੇ ਬਚਨ ਪੜ੍ਹਦੇ ਆ ਨਾ, ਸਾਹਿਬ ਦੀ ਪਾਵਨ ਬਾਣੀ 'ਚ ਬਚਨ ਆਉਂਦੇ ਆ ਭਗਤ ਫਰੀਦ ਸਾਹਿਬ ਜੀ ਦੇ। ਉਹ ਕਹਿੰਦੇ ਜੇ ਕਿਤੇ ਮੈਂ ਆਪਣੇ ਤਨ ਦੀਆਂ ਹੱਡੀਆਂ ਦਾ ਬਾਲਣ ਬਣਾ ਦੇਵਾਂ, ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ। ਕਹਿੰਦੇ ਤਨ ਮੇਰਾ ਤਨੂਰ ਬਣ ਜਾਏ ਤੇ ਉਸ ਤੰਦੂਰ ਦੇ ਵਿੱਚ ਮੈਂ ਆਪਣਾ ਹੱਡੀਆਂ ਦਾ ਬਾਲਣ ਪਾ ਦੇਵਾਂ। ਪਰ ਸਾਹਿਬ ਨੇ ਜਦੋਂ ਉਹਨੂੰ ਕਰੈਕਟ ਕੀਤਾ ਨਾ, ਸਾਹਿਬ ਜੀ ਕਹਿੰਦੇ ਤਨ ਨਾ ਤਪੈ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਕਿਉਂਕਿ ਉੱਥੇ ਬਚਨ ਆਇਆ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪੇਰੀ ਮਿਲਨ। ਕਹਿੰਦੇ ਜੇ ਮੇਰੇ ਪੈਰ ਥੱਕ ਜਾਣ ਨਾ, ਮੈਂ ਸਿਰ ਪਰਨੇ ਤੁਰਨ ਲੱਗ ਪਵਾਂ, ਸਿਰ ਦੇ ਭਾਰ ਤੁਰ ਕੇ ਮੈਂ ਆਪਣੇ ਰੱਬ ਨੂੰ ਪ੍ਰਾਪਤ ਕਰਨ ਦਾ ਯਤਨ ਕਰਾਂ। ਇਹ ਸਰੀਰਿਕ ਕਸ਼ਟ ਸੀ ਉਸ ਵੇਲੇ ਜਿਹੜੇ ਮਨੁੱਖ ਆਪਣੇ ਆਪ ਨੂੰ ਦਿੰਦੇ ਸੀ, ਤੇ ਇਹ ਸਮਝਦੇ ਸੀ ਵੀ ਇਸ ਤਰ੍ਹਾਂ ਦਾ ਤਪ ਕਰਨ ਦੇ ਨਾਲ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਲਾਂਗੇ। ਪਰ ਮੈਂ ਬੇਨਤੀ ਕਰਾਂ, ਸਾਹਿਬ ਦੀ ਪਾਵਨ ਬਾਣੀ 'ਚ ਬਚਨ ਆਏ ਜਾਪ ਤਾਪ ਭ੍ਰਮਣ ਬਸੁਦਾ ਕਰ, ਉਰਦ ਤਾਪ ਲੈ ਗੈਨ, ਇਹ ਬਿਦ ਨਹਿ ਪਤਿਆਨੋ ਠਾਕੁਰ, ਜੋਗ ਜੁਗਤ ਕਰ ਜੈਨ। ਕਹਿੰਦੇ ਜਿੰਨੇ ਮਰਜੀ ਜੋਗ ਦੇ ਤੇ ਜਿੰਨੇ ਮਰਜੀ ਜੈਨੀਆਂ ਦੇ ਇਹ ਜੁਗਤੀਆਂ ਧਾਰਨ ਕਰ ਲਈ। ਹੁਣ ਜੋਗੀ ਲੋਕ ਕੀ ਕਰਦੇ ਸੀ? ਕਦੇ ਪੁੱਠੇ ਲਟਕ ਗਏ, ਕਦੇ ਇੱਕ ਲੱਤ ਦੇ ਪਰਨੇ ਖੜੇ ਹੋ ਗਏ, ਕਦੇ ਆਪਣੇ ਸਰੀਰ ਨੂੰ ਕਸ਼ਟ ਦਿੱਤਾ, ਸਵਾਹ ਮਲ ਲਈ, ਕਦੇ ਕੁਝ ਕਰ ਲਿਆ, ਕਦੇ ਕੰਨਾਂ 'ਚ ਮੁੰਦਰਾਂ ਪਵਾ ਲਈਆਂ, ਵਾਲ ਪੁੱਟ ਲਏ ਜੈਨੀ ਸਰੇਵੜਿਆਂ ਨੇ। ਪਰ ਸਾਹਿਬ ਜੀ ਕਹਿੰਦੇ ਧਰਮ ਨੂੰ ਪ੍ਰਾਪਤ ਕਰਨ ਦੇ ਜਿੰਨੇ ਵੀ ਢੰਗ ਤਰੀਕੇ ਸੀ ਨਾ, ਸਭ ਵਿਅਰਥ ਨੇ। ਇਹ ਹੈ ਔਰੈ ਮੂਸਾ। ਇਹ ਤਾਂ ਪਹਿਲਾਂ ਹੀ ਲੁੱਟੇ ਜਾਂਦੇ ਨੇ, ਪਰਮਾਤਮਾ ਤੱਕ ਤੇ ਪਹੁੰਚ ਹੀ ਨਹੀਂ ਸਕਦੇ। ਸੰਸਾਰ ਵਿੱਚ ਖਚਤ ਹੋ ਕੇ ਆਪਣਾ ਜੀਵਨ ਖੁਆਰ ਕਰਕੇ ਚਲੇ ਜਾਂਦੇ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਪ ਤਪ ਸੰਜਮ। ਸੰਜਮ ਦਾ ਅਰਥ ਹੁੰਦਾ ਜੀ ਆਪਣੇ ਆਪ ਨੂੰ ਇੱਕ ਤਰੀਕੇ ਦੇ ਨਾਲ ਗੁਰੂ ਅਨੁਸਾਰੀ ਕਰ ਲੈਣਾ। ਪਰ ਇੱਥੇ ਬੰਦਾ ਕੀ ਕਰਦਾ? ਜੋਗ ਕਿਰਿਆਂ ਦੇ ਰਾਹੀਂ, ਜੋਗ ਵਿਧੀਆਂ ਦੇ ਰਾਹੀਂ ਆਪਣੇ ਆਪ ਨੂੰ ਸਾਧਨ ਦਾ ਯਤਨ ਕਰਦਾ, ਸੰਜਮ 'ਚ ਰਹਿਣ ਦਾ ਯਤਨ ਕਰਦਾ। ਪਰ ਸੱਚ ਜਾਣਿਓ, ਸਾਹਿਬ ਜੀ ਕਹਿੰਦੇ ਜੋਗ ਸਿੱਧ ਆਸਣ 84, ਇਹ ਵੀ ਕਰ ਕਰ ਰਹਿਆ ਵੱਡੀ ਆਰਜਾ, ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। 84 ਜੋਗ ਨੇ ਜੀ ਉਹਨਾਂ ਦੇ, 84 ਢੰਗ ਤਰੀਕੇ ਆ ਜੋਗੀਆਂ ਦੇ, ਜਿਹਦੇ ਰਾਹੀਂ ਉਹ ਯੋਗ ਕਰਦੇ ਆ, ਪ੍ਰਾਣਾਯਾਮ ਦੇ ਰਾਹੀਂ ਸਵਾਸ ਕਿਰਿਆ ਨੂੰ ਵਧਾਉਂਦੇ ਆ, ਤੇ ਕਈ ਢੰਗਾਂ ਦੇ ਨਾਲ ਪਰਮਾਤਮਾ ਦੀ ਆਰਾਧਨਾ ਕਰਨ ਦਾ ਯਤਨ ਕਰਦੇ ਆ। ਪਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਸੰਜਮ ਉਸ ਢੰਗ ਨਾਲ ਪ੍ਰਾਪਤ ਕਰਨ ਦਾ ਯਤਨ ਕਰਦੇ ਆ ਨਾ, ਉੱਦਾਂ ਸੰਜਮ ਨਹੀਂ ਮਿਲਦਾ। ਸੰਜਮ ਕਿਵੇਂ ਮਿਲੇਗਾ?
सच संजम करनी कारा नावण नाव जपेही नानक अग्गै उत्तम सेई जे पापा पंध ना देही। सच ਨੂੰ ਸੰਜਮ ਬਣਾ ਲਈਏ। ਜਦੋਂ ਸੱਚ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ ਨਾ, ਆਪਣੇ ਆਪ ਸੰਜਮ ਆ ਜਾਏਗਾ ਜੀਵਨ ਦੇ ਅੰਦਰ। ਆਪਣੇ ਆਪ ਮਨ ਜਿਹੜਾ ਨਾ ਵਿਕਾਰਾਂ ਵਾਲੇ ਪਾਸੇ ਤੋਂ ਰੁਕ ਜਾਏਗਾ। ਬਾਹਰੀ ਯੋਗ ਸਾਧਨਾ ਦੇ ਨਾਲ ਵਿਕਾਰਾਂ ਵਾਲੇ ਪਾਸੇ ਤੋਂ ਮਨ ਨਹੀਂ ਰੁਕ ਸਕਦਾ, ਕਿਉਂਕਿ ਬਾਹਰੀ ਤੌਰ ਤੇ ਸਾਧਨਾ ਕੀਤੀ ਜਾ ਰਹੀ ਹੈ। ਪਰ ਜੇ ਕਿਤੇ ਮਨ ਨੂੰ ਸਾਧਿਆ ਜਾਏ, ਜਿਹਨੂੰ ਸਾਹਿਬ ਜੀ ਕਹਿੰਦੇ ਸਾਪ ਕੁੰਚ ਛੋੜੈ ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਗ ਧਿਆਨ ਮਾਂਡੈ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸੁਧ ਨਹੀਂ ਮਨ ਆਪਣਾ। ਕਹਿੰਦੇ ਇਹੋ ਜਿਹੇ ਧਿਆਨ ਲਾਉਣ ਦਾ ਫਾਇਦਾ ਕੀ ਹੈ, ਇਹੋ ਜਿਹੇ ਕਰਮ ਕਰਨ ਦਾ ਫਾਇਦਾ ਕੀ ਹੈ, ਜਦੋਂ ਮਨ ਵਿੱਚ ਸ਼ੁੱਧਤਾ ਹੀ ਨਹੀਂ ਹੈ, ਮਨ ਵਿੱਚ ਨਿਰਮਲਤਾ ਹੀ ਨਹੀਂ, ਮਨ ਵਿੱਚ ਪਵਿੱਤਰਤਾ ਨਹੀਂ, ਮਨ ਮੈਲਾ ਹੈ। ਤੇ ਸਾਹਿਬ ਜੀ ਕਹਿੰਦੇ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਈ। ਮਨ ਵਿੱਚ ਮੈਲ ਹੈ ਤੇ ਸਾਰਾ ਕੁਝ ਮੈਲਾ ਹੈ। ਤਨ ਨੂੰ ਧੋਣ ਦੇ ਨਾਲ, ਤਨ ਦੀ ਸਫਾਈ ਕਰਨ ਦੇ ਨਾਲ, ਸਰੀਰ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ, ਤਨ ਧੋਤਾ ਮਨ ਹੱਛਾ ਨਾ ਹੋਈ। ਸਾਹਿਬ ਕਹਿੰਦੇ ਇਹਦੇ ਨਾਲ ਮਨ ਦੀ ਪਵਿੱਤਰਤਾ ਦਾ ਕੀ ਸੰਬੰਧ ਹੈ ਭਾਈ? ਮਨ ਕਿਵੇਂ ਪਵਿੱਤਰ ਹੋਏਗਾ? ਜਪ ਤਪ ਸੰਜਮ ਕਰਮ ਕਮਾਣੇ ਇਹ ਹੈ ਔਰੈ ਮੂਸੈ। ਕਹਿੰਦੇ ਇਹ ਤੇ ਲੁੱਟੇ ਜਾਂਦੇ ਆ, ਪਰਮਾਤਮਾ ਦੀ ਦਰਗਾਹ ਤੱਕ ਨਹੀਂ ਪਹੁੰਚਣ ਦਿੰਦੇ ਬੰਦੇ ਨੂੰ। ਪਰਮਾਤਮਾ ਦੀ ਦਰਗਾਹ ਤੱਕ ਉਹੀ ਕੰਮ ਨਿਭਣੇ ਹੈ ਜਿਹੜੇ ਕੰਮ ਸੰਸਾਰ ਵਿੱਚ ਰਹਿ ਕੇ ਗੁਰੂ ਦੀ ਮੱਤ ਧਾਰਨ ਕਰਕੇ ਬੰਦਾ ਕਰਦਾ ਹੈ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਐ ਗੁਰਸਿੱਖ ਮਿੱਤਰੋ, ਗੁਰੂ ਦੀ ਚਾਲੇ ਚੱਲੋ। ਜੋ ਗੁਰੂ ਕਹਿੰਦਾ ਨਾ ਉਹਨੂੰ ਆਪਣੇ ਜੀਵਨ 'ਚ ਭਲਾ ਕਰਕੇ ਮੰਨ ਲਓ। ਸੱਚ ਹੈ ਗੁਰੂ ਪਿਆਰ ਵਾਲਿਓ, ਗੁਰੂ ਜੋ ਸਾਨੂੰ ਰਾਹ ਦਿਖਾ ਰਿਹਾ, ਗੁਰੂ ਜਿਸ ਮਾਰਗ ਦੇ ਉੱਤੇ ਸਾਨੂੰ ਤੋਰਨਾ ਚਾਹੁੰਦਾ ਹੈ, ਉਸ ਮਾਰਗ ਦੇ ਪਾਂਧੀ ਬਣ ਜਾਈਏ। ਜਿਸ ਦਿਨ ਉਸ ਮਾਰਗ ਦੇ ਪਾਂਧੀ ਬਣ ਗਏ ਨਾ, ਸੱਚਮੁੱਚ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ। ਨਹੀਂ ਤੇ ਆਵਾਗਾਉਣ ਦਾ ਚੱਕਰ ਬਣਿਆ ਹੋਇਆ ਨਾ ਜੀ, ਜਨਮੰ ਤਾਂ ਮਰਨੰ। ਪ੍ਰਾਣੀ ਜੰਮਦਾ ਤੇ ਨੇ ਇੱਕ ਨਾ ਇੱਕ ਦਿਨ ਮਰ ਜਾਣਾ, ਪਰ ਜਨਮ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਸਫ਼ਰ ਹੈ ਨਾ ਜੀ ਬੰਦੇ ਦਾ, ਉਹ ਜ਼ਿਆਦਾ ਇੰਪੋਰਟੈਂਟ ਹੈ, ਉਹ ਜ਼ਿਆਦਾ ਮਹੱਤਵਪੂਰਨ ਹੈ। ਉਹਦੇ ਵਿੱਚ ਵਾਲਾ ਜਿਹੜਾ ਕਾਰਜ ਹੈ ਨਾ, ਉਹਨੇ ਇਨਸਾਨ ਦੇ ਜੀਵਨ ਦੀ ਯਾਤਰਾ ਨੂੰ ਸਫਲ ਕਰਨਾ ਹੈ। ਦਾਸ ਅਕਸਰ ਬੇਨਤੀ ਕਰਦਾ ਹੈ, ਜਦੋਂ ਕਦੇ ਰਾਹ ਵਾਟ ਆਪਾਂ ਜਾਂਦੇ ਹੋਈਏ ਨਾ ਜੀ, ਕੋਈ ਰਾਹ ਦੇ ਵਿੱਚ ਕੋਈ ਜਾਣ ਪਛਾਣ ਵਾਲਾ ਬੰਦਾ ਮਿਲ ਜਾਏ, ਕੋਈ ਦੋਸਤ ਮਿੱਤਰ, ਆਂਢੀ ਗੁਆਂਢੀ, ਰਿਸ਼ਤੇਦਾਰ, ਤੇ ਆਮ ਤੌਰ ਤੇ ਆਪਾਂ ਬਚਨ ਸਾਂਝੇ ਕਰਦੇ ਹਾਂ, ਸੁਣਾਓ ਭਾਈ ਕੀ ਹਾਲ ਹੈ? ਤੇ ਸਾਹਮਣੇ ਵਾਲਾ ਜਵਾਬ ਦਿੰਦਾ ਜੀ ਬਹੁਤ ਵਧੀਆ, ਚੜ੍ਹਦੀ ਕਲਾ, ਰੰਗ ਭਾਗ ਲੱਗੇ ਆ। ਅਗਲਾ ਬਚਨ ਹੁੰਦਾ ਵੀ ਕਿਵੇਂ ਲੰਘ ਰਿਹਾ ਸਮਾਂ, ਕਿਵੇਂ ਟਾਈਮ ਬਤੀਤ ਕਰ ਰਹੇ ਹੋ, ਕਿਵੇਂ ਸਮਾਂ ਗੁਜ਼ਾਰ ਰਹੇ ਹੋ, ਕਿਵੇਂ ਟਾਈਮ ਪਾਸ ਹੋ ਰਿਹਾ। ਮੈਂ ਬੇਨਤੀ ਕਰਾਂ, ਸਾਡੇ ਅਲਫਾਜ਼, ਸਾਡੇ ਲਫ਼ਜ਼ ਨੇ ਟਾਈਮ ਪਾਸ ਕਰਨਾ, ਸਮਾਂ ਲੰਘਾਉਣਾ, ਸਮੇਂ ਨੂੰ ਕੱਟਣਾ, ਸਮੇਂ ਨੂੰ ਗੁਜ਼ਾਰਨਾ। ਪਰ ਗੁਰੂ ਪਤਾ ਕੀ ਕਹਿੰਦਾ ਜੀ? ਗੁਰੂ ਕਹਿੰਦਾ ਭਾਈ ਨਾ ਤੇ ਸਮੇਂ ਨੂੰ ਲੰਘਾਉਣਾ, ਨਾ ਸਮਾਂ ਬਤੀਤ ਕਰਨਾ, ਨਾ ਸਮਾਂ ਗੁਜ਼ਾਰਨਾ, ਤੇ ਨਾ ਟਾਈਮ ਪਾਸ ਕਰਨ ਵਾਸਤੇ ਆਇਆ, ਸਮੇਂ ਨੂੰ ਸਫਲ ਕਰਨ ਵਾਸਤੇ ਆਇਆ। ਸਫਲ ਕਰਨ ਵਾਸਤੇ ਗੁਰੂ ਦਾ ਅਲਫਾਜ਼, ਗੁਰੂ ਦਾ ਸ਼ਬਦ ਹੈ ਸਫਲ ਕਰ। ਸਫਲ 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 ਭਈ ਯਾਤਰਾ। ਇਹ ਜੀਵਨ ਪੰਧ ਜਿਹੜਾ ਨਾ, ਇਹ ਸਫਲ ਹੋਣਾ ਚਾਹੀਦਾ ਹੈ। ਪਰ ਜਿੰਨਾ ਚਿਰ ਬੰਦੇ ਨੂੰ ਸੋਝੀ ਨਾ ਆਈ ਵੀ ਧਰਮ ਦੇ ਨਾਮ ਤੇ ਕਰਮ ਕਿਹੜੇ ਕਰਨੇ ਆ, ਕਿਸ ਤਰ੍ਹਾਂ ਦਾ ਜੀਵਨ ਬਣਾਉਣਾ, ਉਦੋਂ ਤੱਕ ਖੁਆਰੀ ਹੈ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਸਾਹਿਬ ਜੀ ਕਹਿੰਦੇ ਵਿਅਰਥ ਹੈ ਜੀਵਨ, ਪਰਮਾਤਮਾ ਨੂੰ ਵਿਸਾਰ ਕੇ, ਉਹਨੂੰ ਭੁੱਲ ਕੇ ਕੇਵਲ ਬੰਦਾ ਖੁਆਰ ਹੁੰਦਾ ਹੈ। ਪਰ ਉਹਨੂੰ ਕੌਣ ਠੱਗ ਸਕਦਾ ਹੈ? ਉਹਨੂੰ ਕੌਣ ਲੁੱਟ ਸਕਦਾ? ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗਿਆ ਕਰੋ ਪੁਕਾਰ ਜਨਾ। ਇਹ ਲੁੱਟ ਰਹੇ ਆ ਨਾ ਵਿਸ਼ੇ ਵਿਕਾਰ, ਸਾਨੂੰ ਦਿਨ ਰਾਤ ਤੰਗ ਪਰੇਸ਼ਾਨ ਕਰਦੇ ਆ। ਤੇ ਪੁਕਾਰ ਕਿਹਦੇ ਅੱਗੇ ਕਰਨੀ ਹੈ? ਗੁਰੂ ਅੱਗੇ। ਗੁਰੂ ਅੱਗੇ ਪੁਕਾਰ ਕਰੀਏ ਵੀ ਸੱਚੇ ਪਾਤਸ਼ਾਹ ਤੇਰੇ ਅੱਗੇ ਸਮਰਪਿਤ ਹੋਏ ਆ, ਰਹਿਮਤ ਕਰ, ਆਪਣੇ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਨੂੰ ਆਪਣੀ ਪ੍ਰੇਮ ਬਾਣੀ ਦੇ ਰੰਗ ਵਿੱਚ ਰੰਗ ਲੈ। ਤੇ ਜਿਸ ਦਿਨ ਨਾਮ ਬਾਣੀ ਸਾਡੇ ਹਿਰਦੇ 'ਚ ਪ੍ਰਵੇਸ਼ ਕਰ ਗਈ, ਸਾਡਾ ਪਾਰ ਉਤਾਰਾ ਹੋ ਜਾਏਗਾ, ਜੀਵਨ ਯਾਤਰਾ ਸਫਲ ਹੋ ਜਾਏਗੀ। ਬੰਦੇ ਨੂੰ ਸੰਸਾਰ ਵਿੱਚ ਜਿਉਣ ਦੀ, ਰਹਿਣ ਦੀ ਸਮਝ ਆ ਜਾਏਗੀ, ਸੋਝੀ ਗਿਆਨ ਮਿਲ ਜਾਏਗਾ। ਇਸੇ ਕਰਕੇ ਪਾਤਸ਼ਾਹ ਨੇ ਬਚਨ ਕਹੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਔਰੈ ਮੂਸੈ ਰਹਾਓ, ਵਰਤ ਨੇਮ ਸੰਜਮ ਮੈਂ ਰਹਤਾ, ਤਿਨਕਾ ਆੜ ਨਾ ਪਾਇਆ। ਵੇਖੋ ਪਾਤਸ਼ਾਹ ਨੇ ਇਸ ਬਚਨ ਦੇ ਅੰਦਰ ਸਾਰੇ ਕਰਮ ਕਾਂਡਾਂ ਦਾ ਬਖੀਆ ਉਧੇੜ ਦਿੱਤਾ।
ਪਾਤਸ਼ਾਹ ਜੀ ਕਹਿੰਦੇ ਵਰਤ ਨੇਮ ਸੰਜਮ ਮੈਂ ਰਹਤਾ, ਤਿੰਨ ਕਾ ਆੜ ਨਾ ਪਾਇਆ। ਕਹਿੰਦੇ ਭਾਵੇਂ ਧਰਮ ਦੇ ਨਾਂ ਤੇ ਜਿੰਨੇ ਮਰਜ਼ੀ ਵਰਤ ਰੱਖ ਲੈ, ਆ ਸਾਡੇ ਸਿੱਖ ਵੀ ਕਿਹੜਾ ਘੱਟ ਨੇ ਜੀ, ਕਰਦੇ ਆ ਨਾ ਆਪਾਂ। ਹਾਲਾਂਕਿ ਗੁਰੂ ਨੇ ਥਾਂ ਪਰ ਥਾਂ ਬਾਣੀ ਦੇ ਵਿੱਚ ਕਲੀਅਰ ਕਰ ਦਿੱਤਾ, ਵਰਤ ਨਾ ਰਹੋ ਨਾ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖੈ ਨਿਧਾਨਾ। ਛੋੜੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਇਹ ਤੇ ਆਮ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਫਿਰ ਵੀ ਸਾਹਿਬ ਜੀ ਕਹਿੰਦੇ ਜੇ ਧਰਮ ਦੇ ਨਾਮ ਤੇ ਇਦਾਂ ਦੇ ਪਖੰਡ ਕਰ ਰਿਹਾ ਨਾ ਬੰਦਾ, ਵਰਤ ਨੇਮ ਸੰਜਮ ਮਹਿ ਰਹਤਾ, ਤਿੰਨ ਕਾ ਆੜ ਨਾ ਪਾਇਆ। ਆੜ ਦਾ ਅਰਥ ਹੁੰਦਾ ਜੀ ਅੱਧੀ ਕੌਡੀ ਦਾ ਮੁੱਲ। ਕਹਿੰਦੇ ਜਿੰਨੇ ਮਰਜ਼ੀ ਵਰਤ ਰੱਖ ਲੈ ਬੰਦੇ ਆ, ਜਿੰਨਾ ਮਰਜ਼ੀ ਨੇਮ ਨਿਭਾ ਲੈ ਇਹਨਾਂ ਤਰੀਕਿਆਂ ਦੇ ਨਾਲ, ਜਿੰਨੇ ਮਰਜ਼ੀ ਸੰਜਮ ਦੇ ਬਾਹਰੀ ਤੌਰ ਤੇ ਯਤਨ ਕਰ ਲੈ, ਪਰ ਸੱਚਮੁੱਚ ਬਾਦਸ਼ਾਹ ਕਹਿੰਦੇ ਬਹੁਤ ਕੁਝ ਤਿਆਗ ਦਿੱਤਾ ਬਾਹਰੀ ਤੌਰ ਤੇ। ਕਈ ਬੰਦੇ ਨਾ ਪਰਮਾਰਥ ਦੇ ਰਸਤੇ ਤੇ ਤੁਰਨ ਲਈ ਘਰ-ਬਾਰ ਤਿਆਗ ਦਿੰਦੇ ਆ ਜੀ, ਪਰਿਵਾਰ ਗ੍ਰਸਥ ਛੱਡ ਦਿੰਦੇ ਆ। ਕਈ ਇੱਥੋਂ ਤੱਕ ਤਿਆਗੀ ਹੋ ਜਾਂਦੇ ਆ ਵੀ ਆਪਣਾ ਤਨ ਦੇ ਵਸਤਰ ਤੱਕ ਤਿਆਗ ਦਿੰਦੇ ਆ ਵੀ ਅਸੀਂ ਨਗਨ ਰਹਿਣਾ, ਕਿਉਂਕਿ ਜਿਵੇਂ ਦੇ ਸੰਸਾਰ ਵਿੱਚ ਆਏ ਜੀ ਉਵੇਂ ਦੇ ਰਵਾਂਗੇ, ਪਰਮਾਤਮਾ ਨੂੰ ਚੰਗੇ ਲੱਗਾਂਗੇ। ਪਰ ਮੈਂ ਬੇਨਤੀ ਕਰਾਂ, ਬਾਣੀ ਨੇ ਬਚਨ ਕਹੇ ਵੀ ਤਿਆਗਣਾ ਕੀ ਹੈ? ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਇਹਨਾਂ ਚੀਜ਼ਾਂ ਦਾ ਤਿਆਗ ਕਰੀਏ ਨਾ, ਜਦੋਂ ਇਹਨਾਂ ਚੀਜ਼ਾਂ ਦਾ ਤਿਆਗ ਕਰਾਂਗੇ, ਸੱਚ ਜਾਣਿਓ ਮਾਲਕ ਦੇ ਨਾਲ ਸਾਡੀ ਸਮਾਈ ਹੋ ਜਾਏਗੀ, ਪਰਮਾਤਮਾ ਮਿਲ ਜਾਏਗਾ। ਬਾਕੀ ਜਿੰਨੇ ਮਰਜ਼ੀ ਵਰਤ ਨੇਮ ਸੰਜਮ ਮੈਂ ਰਹਤਾ, ਪਰਮਾਤਮਾ ਦੀ ਨਿਗਾਹ ਦੇ ਵਿੱਚ ਬੰਦਿਆਂ ਲਈ ਭਾਵੇਂ ਕੋਈ ਧਰਮੀ ਹੋਵੇ ਜਿਹੜਾ ਵਰਤ ਰੱਖਦਾ, ਨੇਮ ਇਦਾਂ ਦੇ ਬਾਹਰੀ ਤੌਰ ਤੇ ਕਰਮਕਾਂਡ ਕਰਦਾ, ਪਰ ਪਰਮਾਤਮਾ ਦੀ ਨਿਗਾਹ 'ਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨ ਕਾ ਆੜ ਨਾ ਪਾਇਆ। ਕਹਿੰਦੇ ਉਹ ਪਰਮਾਤਮਾ ਦੀ ਨਿਗਾਹ 'ਚ ਅੱਧੀ ਕੌਡੀ ਦਾ ਵੀ ਮੁੱਲ ਨਹੀਂ ਇਹਨਾਂ ਕਰਮਕਾਂਡਾਂ ਦਾ। ਇਸ ਕਰਕੇ ਬੰਦਿਆ ਜੇ ਕਰਮ ਹੀ ਕਰਨੇ ਆ ਨਾ, ਗੁਰੂ ਦੇ ਦੱਸੇ ਹੋਏ ਕਰਮ ਕਰ। ਵਰਤ ਕਾਹਦਾ ਰੱਖਣਾ? ਕਿਹਨਾਂ ਚੀਜ਼ਾਂ ਤੋਂ ਵਰਤ ਰੱਖੀਏ? ਵਰਤ ਰੱਖੀਏ ਜੀ ਆਪਣੇ ਜੀਵਨ ਨੂੰ ਸਾਧਣ ਵਾਸਤੇ। ਇਹਨਾਂ ਵਿਸ਼ੇ ਵਿਕਾਰਾਂ ਤੋਂ ਵਰਤ ਕਰ ਲਈਏ ਵੀ ਇਹਨਾਂ ਨੂੰ ਕਦੇ ਵੜਨ ਨਹੀਂ ਦੇਣਾ ਆਪਣੀ ਜ਼ਿੰਦਗੀ 'ਚ, ਇਹਨਾਂ ਤੋਂ ਅਸੀਂ ਹਮੇਸ਼ਾ ਹੀ ਆਪਣੇ ਆਪ ਦੀ ਦੂਰੀ ਬਣਾ ਕੇ ਰੱਖਣੀ ਹੈ। ਇੱਦਾਂ ਦੇ ਵਰਤ ਰੱਖੀਏ ਨਾ ਜ਼ਿੰਦਗੀ 'ਚ, ਫੇਰ ਤੇ ਪਾਰ ਉਤਾਰਾ ਹੋ ਸਕਦਾ, ਫੇਰ ਤੇ ਜੀਵਨ ਸਫਲ ਹੋ ਸਕਦਾ। ਨਹੀਂ ਤੇ ਜਿੰਨੇ ਮਰਜ਼ੀ ਕਰੀ ਜਾਈਏ, ਸਾਹਿਬ ਜੀ ਕਹਿੰਦੇ ਤਿੰਨ ਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ, ਉਹਾਂ ਕਾਮ ਨਾ ਆਇਆ। ਪਾਤਸ਼ਾਹ ਕਹਿੰਦੇ ਜਿਹੜੀ ਅੱਗੇ ਵਸਤੂ ਜਾਣੀ ਹੈ ਨਾ ਪਰਮਾਤਮਾ ਦੀ ਦਰਗਾਹ ਦੇ ਅੰਦਰ, ਪਰਲੋਕ ਦੇ ਵਿੱਚ, ਉਹ ਤੇ ਹੋਰ ਹੀ ਵਸਤੂ ਹੈ। ਉਹ ਵਸਤੂ ਇਹ ਨਹੀਂ ਜਿਹੜੀਆਂ ਅਸੀਂ ਸੰਸਾਰ ਵਿੱਚ ਇਕੱਤਰ ਕਰ ਰਹੇ ਹਾਂ, ਭਾਵੇਂ ਧਰਮ ਦੇ ਨਾਂ ਤੇ ਕਰੀ ਜਾਂਦੇ ਹਾਂ। ਵਰਤ ਰੱਖ ਲਏ, ਪੂਜਾ ਕਰ ਲਈ, ਤਿਲਕ ਲਾ ਲਿਆ, ਹੋਰ ਬੜੇ ਤਰ੍ਹਾਂ ਦੇ ਕਰਮ ਕਾਂਡ ਹੋ ਗਏ। ਸਾਹਿਬ ਜੀ ਕਹਿੰਦੇ ਅਸਲ ਵਸਤੂ ਕਿਹੜੀ ਹੈ? ਮਿਲਿਆ ਸੀ ਨਾ ਸੱਜਣ ਠੱਗ ਗੁਰੂ ਨਾਨਕ ਪਾਤਸ਼ਾਹ ਨੂੰ ਤਲੰਬੇ ਦੀ ਧਰਤੀ ਪਾਕਿਸਤਾਨ ਦੇ ਅੰਦਰ। ਕੀ ਕਰ ਰਿਹਾ ਸੀ? ਲੋਕਾਂ ਦੀ ਕਤਲੋ ਗਾਰਤ ਕਰ ਰਿਹਾ, ਧਨ ਮਾਲ ਲੁੱਟਦਾ ਤੇ ਆਪਣੇ ਆਪ ਨੂੰ ਧਰਮੀ ਵੀ ਅਖਵਾ ਰਿਹਾ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨਾਲ ਮੇਲ ਹੋਇਆ ਨਾ ਜੀ, ਉਹਨੂੰ ਸਾਹਿਬ ਨੇ ਸਮਝਾਇਆ ਵੀ ਅੱਗੇ ਕਿਹੜੀ ਵਸਤੂ ਜਾਣੀ ਹੈ। ਉਹੀ ਬਚਨ ਸਾਨੂੰ ਵੀ ਨੇ। ਅੱਜ ਵੀ ਇੱਥੇ ਪਾਤਸ਼ਾਹ ਇਹੀ ਕਹਿ ਰਿਹਾ ਵੀ ਅੱਗੇ ਨਹੀਂ ਉਹ ਚੀਜ਼ ਜਾਣੀ, ਉਹਾਂ ਕਾਮ ਨਾ ਆਇਆ। ਕਹਿੰਦੇ ਇਹਨਾਂ ਚੀਜ਼ਾਂ ਨੇ ਉੱਥੇ ਕੰਮ ਨਹੀਂ ਆਉਣਾ, ਨਾ ਇਹ ਤੇਰੇ ਨਾਲ ਜਾਣੀ ਹੈ। ਜਾਣੀ ਕਿਹੜੀ ਵਸਤੂ ਹੈ? ਪਾਤਸ਼ਾਹ ਨੇ ਸੱਜਣ ਨੂੰ ਸਮਝਾਇਆ ਸੀ ਨਾ, ਉਜਲ ਕਹਿਹਾਂ ਚਿਲਕਣਾ, ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਮਾ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਇਹ ਸੀ ਉਹ। ਪਾਤਸ਼ਾਹ ਕਹਿੰਦੇ ਸੱਜਣਾ, ਨਾਮ ਤੇਰਾ ਸੱਜਣ ਹੈ, ਪਰ ਤੇਰੇ ਕਰਮ ਸੱਜਣਾ ਵਾਲੇ ਨਹੀਂ। ਉਹਨਾਂ ਕਰਮਾਂ ਨੂੰ ਆਪਣੇ ਸੱਜਣ ਬਣਾ ਲੈ, ਮਿੱਤਰ ਬਣਾ ਲੈ, ਜਿਹੜੇ ਕਰਮ ਤੈਨੂੰ ਸੰਸਾਰ ਵਿੱਚ ਵੀ ਸ਼ੋਭਾ ਦਿਵਾਉਣ ਤੇ ਤੈਨੂੰ ਨਿਰੰਕਾਰ ਦੇ ਘਰ ਵਿੱਚ ਵੀ ਢੋਈ ਮਿਲ ਜਾਏ। ਇੱਥੇ ਵੀ ਬਚਨ ਇਹੀ ਨੇ ਨਾ ਸਾਹਿਬ ਜੀ ਦੇ, ਆਗੇ ਚੱਲਣ ਔਰ ਹੈ ਭਾਈ। ਕਹਿੰਦੇ ਅੱਗੇ ਜਾਣ ਵਾਲੀ ਜਿਹੜੀ ਵਸਤੂ ਹੈ ਕੋਈ ਹੋਰ ਹੀ ਹੈ ਤੇ ਵਿਹਾਜ ਦਾ ਕੁਝ ਹੋਰ ਹੀ ਪਿਆ। ਜਿਹਨੂੰ ਸੁਖਮਨੀ ਸਾਹਿਬ 'ਚ ਪਾਤਸ਼ਾਹ ਨੇ ਕਿਹਾ ਨਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਕੋਈ ਮਾਂ ਪਿਓ ਭੈਣ ਭਰਾ ਧੀ ਪੁੱਤ ਸੰਸਾਰੀ ਕੋਈ ਵੀ ਸ਼ੈ ਨਾਲ ਨਾ ਜਾਣੀ। ਸੂਈ ਦਿੱਤੀ ਰਾਜੇ ਦੁਨੀ ਚੰਦ ਨੂੰ ਸਮਝਾਉਣ ਖਾਤਰ ਵੀ ਇੰਨਾ ਆਪਣੇ ਆਪ ਨੂੰ ਕਹਿੰਦਾ ਵੀ 7 ਝੰਡੇ ਲਾਏ ਆ ਤੇ ਮੈਂ ਬੜਾ ਵੱਡਾ ਰਾਜਾ ਦੁਨੀਆ ਦਾ। ਪਰ ਕਹਿੰਦੇ ਬੰਦਿਆ ਭੁਲੇਖਾ ਹੀ ਹੈ, ਆ ਸੂਈ ਲੈ ਜਾ, ਜੇ ਇਹ ਨਾਲ ਜਾ ਸਕਦੀ ਹੈ ਪਰਲੋਕ 'ਚ ਮੈਨੂੰ ਫੜਾ ਦੀ। ਇੱਥੇ ਵੀ ਸਾਹਿਬ ਨੇ ਉਹੀ ਗੱਲ ਕਹੀ, ਉਹ ਵਸਤੂ ਇਕੱਤਰ ਕਰੀਏ, ਉਹ ਵਸਤੂ ਨੂੰ ਵਿਹਾਜੀਏ ਜਿਹੜੀ ਵਸਤੂ ਸਾਡੇ ਨਾਲ ਨਿਭਣੀ ਹੈ। ਨਹੀਂ ਤੇ ਸਾਹਿਬ ਕਹਿੰਦੇ ਕੌਣ ਬਸਤ ਆਈ ਤੇਰਾ ਸੰਗ,
लपट रहियो रस लोभी पतंग। किहड़ी वस्तु नाल लैके आए सी जी? जदों संसार विच आए बिल्कुल हत्थ खुले सी ना, कुछ भी साडे हत्थ 'च नहीं सी। ते जदों संसार विच जाना बंदा कहंदा मैं शरीर लैके आया, ये शरीर भी इत्थे मिट्टी हो जाना। बाकी तो संसारी बननों बहुत दूर की गल है भी साडे नाल कुछ जाएगा। ये शरीर जिहदा बंदा मान करदा वो भी इत्थे ही मिट्टी होके रह जाता। इसे करके सज्जन सेई नाल मैं चलदियां नाल चलन, जिथे लेखा मंगीए तिथे खड़े दिसन। गुरु नानक पातशाह कहंदे भाई नाम सज्जन है, कर्म सज्जना वाले बना लै। जिस दिन कर्म तेरे सज्जन बन गए ना, चंगे कर्म, ते जिथे तेरा लेखा जोखा होना, जिथे लेखा मंगी है तिथे खड़े दिसन, उत्थे इन्हां कर्मां ने तेरा साथ निभा देना भी तू संसार 'च कोई चंगा कर्म करके आया। माड़े कर्मां ने ना संसार विच तैनूं कोई शोभा दिवाउणी, ना निरंकार दे घर विच कोई ढोई मिलनी है। उत्थे चंगे कर्म ही ने बंदे दे जिहड़े उत्थे जाके अकाल पुरख की दरगाह दे विच प्राणी दा साथ दिंदे है। साहब ने किरपा की, सच्चे पातशाह जी कहंदे है तीरथ नहाए और धरनी भ्रमता आगे ठौर ना पावे। हुण तीर्थां ते इशनान कर लिया, सारी धरती का भ्रमण कर लिया, रटन कर लिया, आगे ठौर ना पावे। ठौर का अर्थ है टिकाणा, अगे टिकाणा फिर भी नहीं मिलिया। यतन तो बहुत किया भी आ फलाने तीर्थ ते चले जावां, क्योंकि 68 तीर्थां का जिक्र आउंदा ना जी। पर साहब की बाणी पता की कहती है जी? सच्चे पातशाह जी कहते गुर समान तीर्थ नहीं कोई, सर संतोख तास गुर होए। गुरु दे समान भले वो केड़ा तीर्थ है? गुरु जेड़ा ना वो मन की सफाई करदा, मन नूं पवित्र करदा, मन निर्मल करदा। ते जे सतगुर तीर्थ छड्ड के 8-7 तीर्थ नहावन जाही, बगल समाध लगाए कै ज्यों जल जनता घुट घुट खाही। भाई गुरदास जी कहते सतगुर वर्गे तीर्थ नूं छड्ड के 68 तीर्थां ते भी तुरया फिरेंगा ना, प्राप्ति कुछ भी नहीं होनी। बगल समाध लगाए कै ज्यों जल जनता घुट घुट खाई। बंगले वांग उत्थे बह के भावें समाधियां भी ला लै, पर प्राप्ति कख नहीं होनी, कुछ भी मिलना नहीं। इसे करके साहब ने कहा भी तीर्थ नहाए और धरनी भ्रमता आगे ठौर ना पावे। सारी धरती का रटन भी कर लिया जाए ना, चक्कर भी ला लिया जाए, घर बार छड्ड के बंदा कहता उस धरती ते जाइए, उत्थे जाके स्वर्ग मिलता। क्योंकि जिक्र आया ना काशी का, बनारस का, मगहर का, इन्हां स्थानां का जिक्र आया भी इत्थे जाके मनुख जिहड़ा है वो अपने जीवन को सफल कर लैंदा है। ते साहब जी कहते भावें जिथे मर्जी चले जाओ भाई, तो सचमुच जे परमात्मा मिलना तो घर ही मिल जाना। भगत रामानंद जी का बचन पढ़िए ना जी, वो कहते कत जाइए रे घर लागो रंग, मेरा चित ना चलै मन भयो पंग, एक दिवस मन भई उमंग, घस चोआ चंदन बहु सुगंध, पूजन चाली ब्रह्म ठाए, सो ब्रह्म बतायो गुरमन ही माहे। कहते मैं तो यतन किया भी चोआ चंदन घस घस के चंगी तरह मैं तैयार कर लवां पूजा दियां विधियां, समान पदार्थ अपने रब नूं खुश करने वास्ते। पर कहते मैनू हुण सोझी आ गई भी कत जाइए रे घर लागो रंग, क्यों मैं उत्थे जावां, वो तो मेरे हिरदे घर विच ही बैठा है, अंदरों ही मैनू प्राप्त हो जाना, अंदरों ही प्राप्त हो जाना। पूजन चाली ब्रह्म ठाए, सो ब्रह्म बतायो गुरमन ही माहे। ओ परमात्मा अकाल पुरख वाहिगुरू अकाल पुरख सच्चे पातशाह ने अपना आप मैनू मेरे अंदर ही विखा दिता भी मैं तो बंदिया तेरे अंदर ही हाँ। इधर उधर भजन की खोजन की कोई लोड़ नहीं। काहे रे बन खोजन जाई, सर्ब निवासी सदा अलेपा तो ही संग समाई, पहुप मद ज्यों बास बस्त है मुखर माए जैसे छाई, तैसे ही हर बसे निरंतर घट ही खोजो पाई। बाहर भीतर एको जानो यह गुर ज्ञान बताई, जन नानक बिन आपा चीनै मिटे ना भ्रम की काई। कहते बाहर भी उही है अंदर भी उही है, फिर बाहरों जरूरी लभना। जो ब्रह्मंडे सोई पिंडे, जो खोजै सो पावै। पातशाह कहते जो कुछ ब्रह्मंड च देख रहे हैं ना, की है जी ब्रह्मंड के अंदर? उपर आकाश, थल्ले धरती, हवा, अग ते पानी है ना, इन्हां 5 तत्तां दा सुमेल करके मालक जी ने साडा पुतला तैयार किया। फिर साहब जी कहते आकाश वाल वेख के हाथ जोड़न की लोड़ नहीं है, धरती ते नक रगड़न की लोड़ नहीं, हवा अग पानी की पूजा करन की लोड़ नहीं।
ਆਪਣੇ ਅੰਦਰ ਨੂੰ ਖੋਜ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਇਹ ਭਰਮ ਦਾ ਜਿਹੜਾ ਜਾਲਾ ਪਿਆ ਨਾ ਸਾਡੀ ਮੱਤ ਉੱਤੇ, ਆਪਣੇ ਆਪ ਨੂੰ ਚੀਨਣ ਦਾ ਅਰਥ ਹੁੰਦਾ ਜੀ ਜਾਣਨਾ, ਸੈਲਫ ਐਨਾਲਿਸਿਸ ਕਰਨਾ, ਆਪਣੇ ਆਪ ਦੀ ਸਵੈ ਪੜਚੋਲ ਕਰਨੀ। ਜਦੋਂ ਇਨਸਾਨ ਆਪਣੇ ਅੰਦਰ ਵੜ ਕੇ ਝਾਤ ਮਾਰਦਾ ਨਾ ਵੀ ਮੈਂ ਕਿੱਥੇ ਖੜਾ, ਸੱਚਮੁੱਚ ਉਦਣ ਉਹ ਗੁਰਮਤ ਦੇ ਰਾਹ ਦੇ ਉੱਤੇ ਤੁਰ ਪੈਂਦਾ। ਨਹੀਂ ਤੇ ਜਦੋਂ ਤੱਕ ਆਪਣੇ ਆਪ ਨੂੰ ਨਹੀਂ ਵੇਖਦਾ, ਅੰਤਰਦ੍ਰਿਸ਼ਟੀ ਅੰਤਰ ਧਿਆਨ ਹੋ ਕੇ ਉਹ ਕਰਮ ਕਾਂਡ ਹੀ ਕਰਦਾ ਰਹਿੰਦਾ ਬਾਹਰੀ ਤੌਰ ਦੇ ਉੱਤੇ। ਜਿਹਨੂੰ ਸਾਹਿਬ ਜੀ ਕਹਿੰਦੇ ਤੀਰਥ ਨਹਾਏ ਅਰ ਧਰਨੀ ਭ੍ਰਮਤਾ, ਆਗੈ ਠੌਰ ਨਾ ਪਾਵੈ ਉਹਾਂ ਕਾਮ ਨਾ ਆਵੈ, ਇਹ ਬਿਦ ਉਹ ਲੋਗਨ ਹੀ ਪਤਿਆਵੈ। ਉੱਥੇ ਤੇ ਨਹੀਂ ਇਹ ਚੀਜ਼ਾਂ ਕੰਮ ਆਉਂਦੀਆਂ, ਭਾਵੇਂ ਤੀਰਥਾਂ ਦਾ ਇਸ਼ਨਾਨ ਹੈ, ਭਾਵੇਂ ਧਰਤੀ ਦਾ ਰਟਨ ਹੈ। ਤੇ ਸਾਹਿਬ ਜੀ ਕਹਿੰਦੇ ਦੁਨੀਆ ਦੇ ਲੋਕ ਭਾਵੇਂ ਪਤੀਤ ਜਾਣ ਵੀ ਬੜਾ ਧਰਮੀ ਆ ਵੀ ਬੰਦਾ, ਦੁਨੀਆ ਦੇ ਲੋਕ ਭਾਵੇਂ ਖੁਸ਼ ਹੋ ਜਾਣ, ਲੋਗਨ ਹੀ ਪਤਿਆਵੈ, ਲੋਕਾਂ ਨੂੰ ਹੀ ਖੁਸ਼ ਕਰ ਰਿਹਾ, ਲੋਕਾਂ ਨੂੰ ਵਿਖਾ ਰਿਹਾ ਮੈਂ ਧਰਮੀ ਆ, ਪਰ ਦਰਗਾਹ ਦੇ ਵਿੱਚ ਪਰਮਾਤਮਾ ਨੂੰ ਕਿਵੇਂ ਖੁਸ਼ ਕਰੇਗਾ। ਚਤੁਰ ਬੇਦ ਮੁਖ ਬਚਨੀ ਉਚਰੈ, ਆਗੈ ਮਹਿਲ ਨਾ ਪਾਈਐ। ਸਤਿਗੁਰੂ ਜੀ ਕਹਿੰਦੇ ਪੰਡਿਤ ਜਿਹੜਾ ਨਾ ਉਹ ਭਾਵੇਂ ਚਾਰੇ ਵੇਦਾਂ ਨੂੰ ਮੂੰਹ ਜ਼ਬਾਨੀ ਯਾਦ ਕਰ ਲੇ, ਚਤੁਰ ਬੇਦ ਮੁਖ ਬਚਨੀ ਉਚਰੈ, ਆਪਣੇ ਮੂੰਹ ਤੋਂ ਉਚਾਰਨ ਕਰੇ, ਪਰ ਸਾਹਿਬ ਜੀ ਕਹਿੰਦੇ ਆਗੈ ਮਹਿਲ ਨਾ ਪਾਈਐ। ਮਹਿਲ ਦਾ ਅਰਥ ਹੈ ਟਿਕਾਣਾ। ਕਹਿੰਦੇ ਉਹ ਇਸ ਤਰ੍ਹਾਂ ਪਰਮਾਤਮਾ ਦੀ ਦਰਗਾਹ 'ਚ ਟਿਕਾਣਾ ਹਾਸਲ ਕਰ ਲੇਗਾ, ਥਾਂ ਮਿਲ ਜਾਏਗਾ ਉਹਨੂੰ। ਕੇਵਲ ਅਸੀਂ ਕਹੀਏ ਵੀ ਬਾਣੀ ਕੰਠ ਬਹੁਤ ਹੈ ਜੀ ਸਾਨੂੰ, ਮੈਂ ਇੰਨੀ ਬਾਣੀ ਪੜ੍ਹਦਾ, ਕਹੀ ਇੱਦਾਂ ਵੀ ਜੇ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕੀਤਾ ਭਲਾ ਮੁਬਾਰਕ ਹੈ, ਗੁਰੂ ਕਿਰਪਾ ਕਰੇ ਹੋਰ ਬਾਣੀ ਸਾਨੂੰ ਕੰਠ ਹੋਵੇ। ਪਰ ਧਿਆਨ ਦਿਓ ਗੁਰੂ ਪਿਆਰ ਵਾਲਿਓ, ਕੰਠ ਦੇ ਨਾਲ ਨਾਲ ਨਾ ਬਾਣੀ ਜੀਵਨ 'ਚ ਕਿੰਨੀ ਕੁ ਵਸੀ ਹੋਈ ਹੈ ਉਹ ਜ਼ਿਆਦਾ ਲਾਜ਼ਮੀ ਗੱਲ ਹੈ। ਕੰਠ ਤੇ ਬਹੁਤ ਕੁਝ ਕਰ ਲਿਆ, ਬਾਣੀ ਬੜੀ ਪੜ੍ਹ ਲਈ, ਪਰ ਸਾਹਿਬ ਜੀ ਕਹਿੰਦੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ ਹੋਈ। ਕਹਿੰਦੇ ਐਸਾ ਪੜ੍ਹਨ ਦਾ ਸੁਣਨ ਦਾ ਕੰਠ ਕਰਨ ਦਾ ਲਾਭ ਤੇ ਤਾਂ ਹੀ ਹੈ ਨਾ ਜੇ ਬਾਣੀ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਨੂੰ ਕਮਾ ਲਈਏ, ਗੁਰੂ ਉਪਦੇਸ਼ ਸਾਡੇ ਜੀਵਨ 'ਚ ਵਸ ਜਾਏ। ਜੋ ਗੁਰ ਕਹੈ ਸੋਈ ਭਲ ਮਾਨੋ ਵਾਲੀਆਂ ਜਿਹੜੀਆਂ ਗੱਲਾਂ ਨਾ ਉਹ ਸਾਡੇ ਜੀਵਨ 'ਚ ਘਰ ਕਰ ਜਾਣ, ਫਿਰ ਇਹ ਬਾਣੀ ਜਿਹੜੀ ਹੈ ਨਾ ਇਹ ਪੜ੍ਹੀ ਹੋਈ ਜਿਹੜੀ ਹੈ ਇਹ ਸਾਡੇ ਜੀਵਨ ਨੂੰ ਸਵਾਰ ਦੇਗੀ। ਸਾਹਿਬ ਕਹਿੰਦੇ ਬੂਝੈ ਨਾਹੀ ਏਕ ਸੁਦਾਖਰ, ਉਹ ਸਗਲੀ ਝਾਖ ਚ ਖਾਈਐ। ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਏਕ ਸੁਦਾਖਰ ਦਾ ਅਰਥ ਹੈ ਸੋਹਣਾ ਅੱਖਰ, ਸ਼ੁੱਧ ਲਫ਼ਜ਼, ਪਵਿੱਤਰ ਅਲਫਾਜ਼, ਜਿਹਨੂੰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਉਹਦੀ ਤੇ ਸੋਝੀ ਆਈ ਨਹੀਂ, ਬੂਝੈ ਝਾਖ ਚ ਖਾਈਐ। ਇੱਧਰ ਉੱਧਰ ਵਿਅਰਥ ਗਵਾ ਲਿਆ ਬੰਦੇ ਨੇ, ਖੁਆਰ ਹੋ ਕੇ ਚਲਾ ਗਿਆ ਜੀਵਨ ਦੇ ਵਿੱਚ। ਇਹਨਾਂ ਕਰਮਾਂ ਦੇ ਨਾਲ ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ ਆਈ। ਸੱਚੇ ਪਾਤਸ਼ਾਹ ਜੀ ਕਹਿੰਦੇ ਖੁਆਰ ਜ਼ਰੂਰ ਹੋਇਆ, ਜੀਵਨ ਵਿਅਰਥ ਜ਼ਰੂਰ ਗਿਆ। ਅੰਤਮ ਬਚਨ ਸਾਹਿਬ ਨੇ ਇਸ ਪਾਵਨ ਸ਼ਬਦ ਦੇ ਅੰਦਰ ਕਿਰਪਾ ਕੀਤੀ, ਕਹਿਣ ਲੱਗੇ ਨਾਨਕ ਕਹਿਤੋ ਇਹ ਵਿਚਾਰਾ, ਜਿਸ ਕਮਾਵੈ ਸੋ ਪਾਰ ਗਰਾਮੀ। ਨਾਨਕ ਜੀ ਇੱਕ ਵਿਚਾਰ ਦਿੰਦੇ ਆ ਬੜੀ ਪਿਆਰੀ। ਨਾਨਕ ਪੰਜਵੇਂ ਨਾਨਕ ਕਹਿੰਦੇ ਜਿਹੜਾ ਮਨੁੱਖ ਸੰਸਾਰ 'ਚ ਰਹਿ ਕੇ ਨਾ ਜੇ ਕਮਾਵੈ ਸੋ ਪਾਰ ਗਰਾਮੀ, ਜੇ ਕਿਤੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਕਮਾ ਲੇ ਨਾ, ਫਿਰ ਜ਼ਰੂਰ ਇਸ ਭਵ ਸਾਗਰ ਵਿੱਚੋਂ ਪਾਰ ਹੋ ਜਾਏਗਾ। ਪਾਰ ਗਰਾਮੀ, ਪਾਰ ਹੋਣ ਦਾ ਪ੍ਰਬੰਧ ਕਰ ਲੇਗਾ। ਅਸੀਂ ਰੋਜ਼ ਰਹਿਰਾਸ ਸਾਹਿਬ ਦੇ ਬਚਨ ਪੜ੍ਹਦੇ ਹਾਂ ਜੀ। ਬਚਨ ਆਉਂਦੇ ਆ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਕਹਿੰਦੇ ਦੁਨੀਆ 'ਚ ਰਹਿਣ ਵਾਸਤੇ ਬੰਦੇ ਨੇ ਹਰ ਇੱਕ ਤਰ੍ਹਾਂ ਦਾ ਸਾਧਨ ਜਟਾ ਲਿਆ। ਖਾਣ ਵਾਸਤੇ ਭੋਜਨ ਹੈ, ਪਹਿਨਣ ਵਾਸਤੇ ਕੱਪੜੇ ਹੈ, ਆਉਣ ਜਾਣ ਵਾਸਤੇ ਸਾਧਨ ਨੇ, ਰਹਿਣ ਵਾਸਤੇ ਮਕਾਨ ਬਣਿਆ, ਪਰ ਬੰਦਿਆ ਭਵ ਸਾਗਰ ਵਿੱਚੋਂ ਪਾਰ ਹੋਣ ਦਾ ਕਿਹੜਾ ਇੰਤਜ਼ਾਮ ਕੀਤਾ? ਉਹ ਵੀ ਤਾਂ ਜ਼ਰੂਰੀ ਸੀ ਨਾ। ਭਵ ਸਾਗਰ ਵਿੱਚੋਂ ਵੀ ਪਾਰ ਹੋਣਾ, ਜੇ ਇਹ ਗੱਲ ਸਾਡੇ ਅੰਦਰ ਸਮਝ ਆ ਜਾਏ ਤੇ ਸਾਹਿਬ ਜੀ ਕਹਿੰਦੇ ਉਹ ਇੰਤਜ਼ਾਮ ਕਰ ਲੈਣਾ ਚਾਹੀਦਾ ਸਮਾਂ ਰਹਿੰਦਿਆਂ। ਇਹ ਨਾ ਹੋਵੇ ਕਿ ਸੰਸਾਰ ਵਿੱਚੋਂ ਸੱਦਾ ਆ ਜਾਏ, ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ, ਆ ਰਿਹਾ ਉਹਦੇ ਨੇੜੇ, ਆ ਰਿਹਾ ਜੀ, ਤੇ ਕਿਸੇ ਵੇਲੇ ਵੀ ਆ ਸਕਦਾ ਹੈ। ਪਰ ਆਉਣ ਤੋਂ ਪਹਿਲਾਂ ਪਹਿਲਾਂ ਉਸ ਸੱਦਣਹਾਰੇ ਨੂੰ ਸਿਮਰ ਲਈਏ, ਉਹਨੂੰ ਯਾਦ ਕਰ ਲਈਏ। ਨਹੀਂ ਤੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਵਿੱਚ ਖੁਆਰ ਹੀ ਹੁੰਦਾ ਬੰਦਾ, ਆਪਣੇ ਜੀਵਨ ਦੀ ਯਾਤਰਾ ਜਿਹੜੀ ਹੈ ਨਾ ਉਹ ਅਸਫਲ ਕਰਕੇ ਚਲਾ ਜਾਂਦਾ। ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਗੁਰ ਸੇਵੋ, ਗੁਰੂ ਦੀ ਸ਼ਰਨ ਵਿੱਚ ਪਈਏ, ਨਾਮ ਧਿਆਵੋ, ਉਸ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ,
ਤਿਆਗੋ ਮਨੋ ਗੁਮਾਨੀ, ਤੇ ਆਪਣੇ ਮਨ ਦਾ ਜਿਹੜਾ ਗੁਮਾਨ ਹੈ ਨਾ ਜੀ, ਹੰਕਾਰ ਹੈ, ਉਹਦਾ ਤਿਆਗ ਕਰ ਦਈਏ। ਸੱਚਮੁੱਚ ਜੇ ਅਸੀਂ ਗੁਰੂ ਨਾਲ ਨਹੀਂ ਨਾ ਮਿਲਦੇ, ਉਹਦਾ ਇੱਕੋ ਹੀ ਢੰਗ ਹੈ, ਉਹ ਹੈ ਸਾਡਾ ਮਨ ਦਾ ਹੰਕਾਰ। ਜੇ ਮਨ ਦਾ ਹੰਕਾਰ ਦੂਰ ਹੋ ਜਾਏ ਤੇ ਸੱਚਮੁੱਚ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਜੇ ਮਨ ਦਾ ਹੰਕਾਰ ਹੈ ਤੇ ਫਿਰ ਪਰਮਾਤਮਾ ਨਹੀਂ ਮਿਲੇਗਾ। ਇਸੇ ਕਰਕੇ ਸਾਹਿਬ ਨੇ ਕਿਹਾ ਨਾ ਬਾਣੀ 'ਚ ਬਚਨ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਿਸ ਤਰ੍ਹਾਂ ਪਾਣੀ 'ਚ ਪਾਣੀ ਹੈ ਨਾ, ਇਸ ਤਰ੍ਹਾਂ ਜੇ ਪਰਮਾਤਮਾ ਦੇ ਨਾਲ ਆਪਣੀ ਸਮਾਈ ਕਰਨੀ ਹੈ ਤੇ ਸੱਚਮੁੱਚ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਜਾਈਏ। ਅੱਜ ਦੇ ਇਹਨਾਂ ਬਚਨਾਂ 'ਚ ਸਾਹਿਬ ਨੇ ਧਾਰਮਿਕ ਕਰਮਕਾਂਡਾਂ ਦਾ ਬਖੀਆ ਉਧੇੜ ਕੇ ਸੱਚ ਨਾਲ ਜੁੜਨ ਵਾਸਤੇ ਮਨੁੱਖ ਨੂੰ ਪ੍ਰੇਰਿਤ ਕੀਤਾ। ਗੁਰੂ ਕਿਰਪਾ ਕਰੇ। ਸਮੇਂ ਦੀ ਸਮਾਪਤੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਗੁਰੂ ਕਿਰਪਾ ਕਰੇ, ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਚਰਨਾਂ 'ਚ ਪ੍ਰਵਾਨ ਕਰੇ। ਕੋਟਾਨ ਕੋਟ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਦਿਆਂ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ